चित डिठा गुरदरसार, तुध आगे अरदास हमारी, जियो पिंड सब तेरा। कहो नानक सब तेरी वडियाई, कोई नाम ना जाने मेरा। सतनाम श्री वाहिगुरु साहब जीओ। सावन सरसी कामणी, चरण कमल स्यों प्यार। मन तन रता सच रंग, इको नाम आधार। बिकिया रंग कुड़ाविया, दिसण सबे शार। हरि अमृत बूंद सुहावनी, मिल साधु पीवण हार। बाण तिण प्रभ संग मौलिया, समरथ पुरख अपार। हर मिलने नो मन लूचदा, कर्म मिलावण हार। जिन सखी प्रभ पाया, हाँ तिनकै सद बलिहार। नानक हर जी मैं कर, शब्द सवारण हार। सावण तिना सुहागणी, जिन राम नाम उरहार। सावण तिना सुहागणी, जिन राम नाम उरहार। वाहिगुरु जी का खालसा, वाहिगुरु जी की फतेह। सत्कारयोग साध संगत, सारिया संगतां वड्डे भागां वालिओ, सतगुरु पातशाह जी ने महान कृपा की है। आप जियां नूं सतसंगत करन दा इह सुभागा समां प्राप्त होया है। दूरों नेड़ियों चल के अपने जीवन के रझेवियां दी संकोच करदियां होयां धन धन साहब श्री गुरु ग्रंथ साहिब महाराज के पावन चरणों के विच पुजे हो अते गुरु की हजूरी दे विच आ करके सोदर बाणी दे जाप आप संगतां ने बड़े प्यार दे नाल सरवण कीते ने। निता प्रति दे अनुसार समा है गुरु शब्द विचार दा, पर अज सावन का महीना बख्शिश होया है ते इस करके चलती लड़ीवार गुरबाणी दे विचों ने सावन के महीने की जो कथा विचार है वो संगतां दे नाल सांझी कीती जावेगी। दूसरा, अज भाई साहब भाई तारू सिंह जी महान शहीद सिख पंथ दे, उन्हां दा अज शहीदी दिवस है। कुछ समा उन्हां दी शहीदी दे बाबत भी विचार की जानी है। समा सीमित है, सो समय दे विच रहिंदियां होइयां आपां ने ये विचार करनी है। जद तो भी संसार की उत्पत्ति हुई है, संसार की रचना हुई है, उदों तो लैके ये जिहड़ा मनुखा जीवन है किसी ना किसी मर्यादा किसी ढंग दे विच बन्निया होया है। जिस तरह दिन ते रात ने, फिर इहदे विच रुत्तां ने। आम करके तो आपां दो रुत्तां मनदे हां, एक सर्दी की रुत ते एक गर्मी की रुत। पर जे गौर दे नाल देखीए इहदे विच दो दो महीने दीयां रुत्तां बदलदियां रहिंदियां ने। जिस तरह साल दे विच 12 महीने ने, अंग्रेजी साल दे विच जिहड़े कि जनवरी तो शुरू हुंदे ने ते दसंबर ते खत्म हो जाते हैं।
ਇਸੇ ਤਰ੍ਹਾਂ ਦੇਸੀ ਸਾਲ ਦੇ ਅੰਦਰ 12 ਮਹੀਨੇ ਨੇ, ਜਿਹੜੇ ਚੇਤ ਤੋਂ ਆਰੰਭ ਹੋ ਕੇ ਫੱਗਣ ਤੇ ਜਾ ਕੇ ਸਮਾਪਤ ਹੁੰਦੇ ਨੇ। ਇਹ ਜਿਹੜੇ ਦੇਸੀ ਮਹੀਨੇ ਨੇ, ਜਦੋਂ ਅੰਗਰੇਜ਼ੀ ਮਹੀਨਾ ਤਕਰੀਬਨ 15 ਕੁ ਦਿਨ ਦੇ ਇਰਦ ਗਿਰਦ 'ਚ ਬੀਤ ਜਾਂਦਾ ਹੈ, ਤਾਂ ਫਿਰ ਇਹ ਦੇਸੀ ਮਹੀਨਾ ਆਰੰਭ ਹੁੰਦਾ ਹੈ। ਤੇ ਉਸ ਵੇਲੇ ਸਮੇਂ ਦੇ ਮੁਤਾਬਕ ਜੋ ਪ੍ਰਚਲਿਤ ਕਹਾਣੀ ਸੀ, ਲੋਕ ਉਸ ਵੇਲੇ ਸਿਆਣੇ ਪੁਰਖਾਂ ਤੋਂ, ਕਮਾਈ ਵਾਲੇ ਪੁਰਸ਼ਾਂ ਤੋਂ, ਭਜਨੀਕ ਪੁਰਸ਼ਾਂ ਤੋਂ ਇਹ ਮਹੀਨੇ ਦਾ ਨਾਮ ਸੁਣਨ ਨੂੰ ਤਰਜੀਹ ਦਿੰਦੇ ਸੀ ਕਿ ਮਹੀਨੇ ਦਾ ਨਾਮ ਕਿਸੇ ਬਰਕਤਾਂ ਵਾਲੇ ਮਨੁੱਖ ਤੋਂ ਸੁਣਿਆ ਜਾਵੇ ਤੇ ਇਹ ਮਹੀਨਾ ਬੜਾ ਸੁੱਖਾ ਸੰਦਾਂ ਦੇ ਨਾਲ ਨਿਕਲਦਾ ਹੈ। ਲੋਕਾਂ ਦੀ ਵਿਚਾਰ ਸੀ। ਭਾਵੇਂ ਜਿਹੜਾ 12 ਮਾਹ ਹੈ, 12 ਮਾਹ ਦਾ ਅਰਥ ਹੈ 12 ਮਹੀਨਿਆਂ। ਇਹ 12 ਮਹੀਨਿਆਂ ਦਾ ਉਪਦੇਸ਼ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੀ ਉਚਾਰਨ ਕੀਤਾ ਹੈ ਰਾਗ ਤੁਖਾਰੀ ਦੇ ਅੰਦਰ। ਪਰ ਬਾਣੀ ਕੁਝ ਵਿਖਮ ਹੋਣ ਕਰਕੇ ਹਰੇਕ ਜੀਵ ਦੇ ਅੰਦਰ ਉਹ ਸਮਝ ਨਹੀਂ ਪੈਂਦੀ, ਵਿਖਮ ਤੁਕਾਂ ਨੇ। ਸੋ ਸਿੱਖਾਂ ਨੇ ਬੇਨਤੀ ਕੀਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਮਹਾਰਾਜ ਮਹੀਨੇ ਦਾ ਨਾਮ ਸੁਣਨ ਵਾਸਤੇ ਅਸੀਂ ਕਦੇ ਕਿਸੇ ਨੂੰ ਬੇਨਤ ਕਰਦੇ ਹਾਂ, ਕਦੇ ਕਿਸੇ ਨੂੰ। ਤੁਸੀਂ ਕਿਰਪਾ ਕਰੋ, ਸਖਾਲੇ ਤਰੀਕੇ ਦੇ ਨਾਲ ਇਹ ਮਹੀਨਿਆਂ ਦੀ ਜੋ ਰਚਨਾ ਹੈ, ਉਹਦੇ ਬਾਬਤ ਜੋ ਉਪਦੇਸ਼ ਹੈ, ਉਹ ਸਾਨੂੰ ਬਖਸ਼ਿਸ਼ ਕਰੋ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਵੀ 12 ਮਾਹਾਂ ਦੀ ਜਿਹੜੀ ਬਾਣੀ ਹੈ, ਉਹ ਤਾਂ ਪਹਿਲਾਂ ਹੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੋਈ ਹੈ। ਵੈਸੇ ਜਿਹੜੇ 12 ਮਾਹ ਨਾ, ਇਹ 3 ਤਰ੍ਹਾਂ ਦੇ ਨਾਲ ਸਾਨੂੰ ਮਿਲਦੇ ਨੇ ਗੁਰੂ ਘਰ ਦੇ ਵਿੱਚ। ਇੱਕ 12 ਮਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਰਾਗ ਤੁਖਾਰੀ ਦੇ ਅੰਦਰ ਵਰਣਨ ਕੀਤਾ ਹੈ। ਦੂਸਰਾ 12 ਮਾਹ ਜਿਹੜਾ ਪ੍ਰਚਲਿਤ ਹੈ, ਹਰੇਕ ਮਹੀਨੇ ਹਰੇਕ ਗੁਰਦੁਆਰਿਆਂ ਦੇ ਅੰਦਰ ਮਹੀਨੇ ਦਾ ਨਾਮ ਪੜ੍ਹ ਕੇ ਸੁਣਾਇਆ ਜਾਂਦਾ ਹੈ। ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਰਾਗ ਮਾਝ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 133 ਅੰਗ ਦੇ ਉੱਤੇ ਸੁਭਾਇਮਾਨ ਹੈ। ਤੀਸਰਾ 12 ਮਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਚਾਰਨ ਕੀਤਾ ਹੋਇਆ ਹੈ। ਪਰ ਆਮ ਕਰਕੇ ਗੁਰੂ ਘਰਾਂ ਦੇ ਅੰਦਰ ਜਿਹੜਾ ਰਾਗ ਮਾਝ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ, ਉਸੇ ਦਾ ਹੀ ਪਾਠ ਤੇ ਉਸੇ ਦੀ ਜ਼ਿਆਦਾ ਕਰਕੇ ਕਥਾ ਕੀਤੀ ਜਾਂਦੀ ਹੈ। 12 ਮਾਹ ਦਾ ਅਰਥ ਹੈ 12 ਮਹੀਨੇ। ਸਤਿਗੁਰੂ ਪਾਤਸ਼ਾਹ ਜੀ ਇਸ ਜੀਵ ਦੀ ਹਾਲਤ ਜਿੱਥੇ ਉਹਨੂੰ ਇੱਕ ਕਾਵਿ ਰਚਨਾ ਦੇ ਵਿੱਚ ਬਾਣੀ ਨੂੰ ਉਚਾਰਨ ਕੀਤਾ, ਉੱਥੇ ਨਾਲ ਦੀ ਨਾਲ ਇਹ ਵੀ ਖਿਆਲ ਰੱਖਿਆ ਕਿ ਇਸ ਬਾਣੀ ਦੇ ਵਿੱਚ ਇੱਕ ਵਿਰਾਗ ਦੀ ਅਵਸਥਾ ਵੀ ਹੋਣੀ ਚਾਹੀਦੀ ਹੈ। ਤੇ ਇਹ ਜਿਹੜੀ ਬਾਣੀ ਹੈ 12 ਮਾਹ ਦੀ ਬਾਣੀ, ਗ੍ਰੰਥਾਂ ਦੇ ਵਿੱਚ ਇਹਨੂੰ ਬਿਰਹੋਂ ਦੀ ਬਾਣੀ ਵੀ ਆਖਿਆ ਹੈ, ਵਿਰਾਗ ਦੀ ਬਾਣੀ। ਕਿਉਂਕਿ ਇਹ ਜਿਹੜਾ ਜੀਵ ਹੈ ਉਸ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜਿਆ ਹੋਇਆ ਹੈ ਤੇ ਵਿਛੜ ਕੇ ਬਹੁਤ ਦੁੱਖ ਪਾ ਰਿਹਾ ਹੈ। ਉਹ ਦੁੱਖ ਦੀ ਜਿਹੜੀ ਹਾਲਤ ਹੈ, ਸਤਿਗੁਰੂ ਜੀ ਨੇ ਉਹਦੇ ਤੇ ਤਰਸ ਕਰਕੇ ਇਸ ਜੀਵ ਦੀ ਹਾਲਤ ਇਹਨਾਂ 12 ਮਹੀਨਿਆਂ ਦੇ ਵਿੱਚ ਵਰਣਨ ਕਰਦੇ ਨੇ ਕਿ ਆ ਵਾਹਿਗੁਰੂ ਕੀਤੇ ਹੋਏ ਕਰਮਾਂ ਕਰਕੇ ਇਹ ਜਿਹੜਾ ਜੀਵ ਹੈ ਤੇਰੇ ਨਾਲੋਂ ਵਿਛੜਿਆ ਹੋਇਆ ਹੈ। ਹੁਣ ਆ ਮਨੁੱਖਾ ਜਨਮ ਪ੍ਰਾਪਤ ਹੋਇਆ, ਕਿਰਪਾ ਕਰ ਵਾਹਿਗੁਰੂ ਆਪਣੇ ਨਾਲ ਮਿਲਣ ਦਾ ਤਰੀਕਾ ਕੋਈ ਬਖਸ਼ਿਸ਼ ਕਰੋ, ਜਿਸ ਤਰੀਕੇ ਦੇ ਨਾਲ ਇਹ ਜੀਵ ਵਾਹਿਗੁਰੂ ਦੇ ਵਿੱਚ ਭੇਦ ਹੋ ਸਕੇ। ਸੋ ਕਿਰਪਾਲੂ ਸਤਿਗੁਰੂ ਜੀ ਨੇ ਕਿਰਪਾ ਕਰਦਿਆਂ ਹੋਇਆ ਇਹ 12 ਮਾਹਾਂ ਦੀ ਬਾਣੀ ਦਾ ਜਿਹੜਾ ਆਰੰਭ ਹੈ ਨਾ, ਉਹ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੂ ਰਾਮ। ਇੱਥੋਂ ਆਰੰਭ ਹੁੰਦੀ ਹੈ ਬਾਣੀ। ਬਈ ਕੀਤੇ ਹੋਏ ਕਰਮਾਂ ਕਰਕੇ ਵਾਹਿਗੁਰੂ ਅਸੀਂ ਜੀਵ ਤੇਰੇ ਨਾਲੋਂ ਵਿਛੜ ਚੁੱਕੇ ਹਾਂ,
ਹੁਣ ਕਿਰਪਾ ਕਰ ਕੋਈ ਮਿਲਣ ਦੀ ਜੁਗਤੀ ਦੱਸ। ਚਾਰ ਕੁੰਟ ਦਾ ਦਿਸ ਭਰ ਮੇ ਥਕ ਆਈ ਪ੍ਰਭ ਕੀ ਸ਼ਾਮ। ਚਾਰ ਕੁੰਟ, ਚਾਰ ਕੁੰਟ ਦਾ ਅਰਥ ਹੈ ਉੱਤਰ, ਦੱਖਣ, ਪੂਰਬ ਤੇ ਪੱਛਮ। ਫਿਰ ਇਹਨਾਂ ਦੇ ਵਿਚਾਲੇ ਵਿਚਾਲੇ ਜਿਹੜੀ ਜਗ੍ਹਾ ਬਚਦੀ ਆ ਉਹ ਧਰਤੀ ਅਤੇ ਆਕਾਸ਼, ਇਹ 10 ਦਿਸ਼ਾ ਨੇ। ਚਾਰ ਦਿਸ਼ਾਵਾਂ ਉਹ ਆ ਉੱਤਰ, ਦੱਖਣ, ਪੂਰਬ ਤੇ ਪੱਛਮ। ਫਿਰ ਇਹਨਾਂ ਦੇ ਵਿਚਾਲੇ ਦੀ ਜਗ੍ਹਾ ਧਰਤੀ ਅਤੇ ਆਕਾਸ਼, ਇਹ 10 ਦਿਸ਼ਾਵਾਂ ਆ। ਸਤਿਗੁਰੂ ਜੀ 10 ਦਿਸ਼ਾ ਦੇ ਵਿੱਚ ਭਰਮਣ ਕਰਕੇ ਦੇਖ ਲਿਆ, ਜੀਵਨ ਦੀ ਬਾਈ ਹਾਰਦੇ ਗਏ ਆ। ਕਿਰਪਾ ਕਰ ਥਕ ਆਏ ਪ੍ਰਭ ਕੀ ਸ਼ਾਮ। ਥੱਕ ਕੇ ਆਏ ਆ। ਇਹ ਨਹੀਂ ਵੀ ਇੱਥੋਂ ਸਰੋਂ ਹਾਈ ਸਟਰੀਟ ਦਾ ਗੇੜਾ ਦੇ ਕੇ ਆ ਕੇ ਥੱਕ ਗਏ। ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਘੁੰਮਣ ਕਰ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲੋਂ ਟੁੱਟ ਕੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਹਨਾਂ ਜਗ੍ਹਾ ਦੇ ਵਿੱਚੋਂ ਨਿਕਲਦਿਆਂ ਅਨੇਕਾਂ ਜੂਨਾਂ ਨੂੰ ਭੋਗਦਾ ਹੋਇਆ ਥੱਕ ਆਏ ਪ੍ਰਭ ਕੀ ਸ਼ਾਮ। ਵਾਹਿਗੁਰੂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਹੁਣ ਕਿਰਪਾ ਕਰ ਸਾਨੂੰ ਆਪਣੇ ਦਰ ਦਾ ਉਪਦੇਸ਼ ਬਖਸ਼ਿਸ਼ ਕਰੋ, ਜਿਸ ਉਪਦੇਸ਼ ਦੇ ਨਾਲ ਅਸੀਂ ਤੁਹਾਡੇ ਵਿੱਚ ਅਭੇਦ ਹੋ ਸਕੀਏ, ਵਾਹਿਗੁਰੂ ਤੇਰੇ ਨਾਲ ਮਿਲ ਸਕੀਏ। ਤੇ ਇਹਨਾਂ 12 ਮਾਹਾਂ ਦੀ ਬਾਣੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਜੀਵ ਨੂੰ ਅਕਾਲ ਪੁਰਖ ਦੇ ਨਾਲ ਮਿਲਣ ਦਾ ਰਸਤਾ ਦੱਸਦੇ ਨੇ। ਆਓ ਸ਼ਬਦੀਆਂ ਪੰਕਤੀਆਂ ਦੀ ਵਿਚਾਰ ਕਰੀਏ। ਸਾਵਣ ਸਰਸੀ ਕਾਮਣੀ ਚਰਨਾ ਕਮਲ ਸਿਉ ਪਿਆਰ। ਸਾਵਣ ਦੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਇਹ ਸਾਵਣ ਦਾ ਮਹੀਨਾ ਭਾਈ ਉਹਨਾਂ ਜੀਵ ਰੂਪੀ ਇਸਤਰੀਆਂ ਦੇ ਵਾਸਤੇ ਸੋਭਨੀਕ ਹੈ। ਜਦੋਂ ਅਸੀਂ 12 ਮਾਹਾਂ ਦੀ ਬਾਣੀ ਪੜਾਂਗੇ ਨਾ, ਇਹਦੇ ਵਿੱਚੋਂ ਸਾਨੂੰ ਪਤਾ ਲੱਗੇਗਾ ਕਿ ਸਤਿਗੁਰੂ ਜੀ ਨੇ ਇਹ ਬਾਣੀ ਜੀਵ ਰੂਪ ਇਸਤਰੀ ਨੂੰ ਮੰਨ ਕੇ ਤੇ ਉਸ ਪਤੀ ਰੂਪ ਪ੍ਰਮਾਤਮਾ ਨੂੰ ਮੰਨ ਕੇ ਪਤੀ ਅਤੇ ਪਤਨੀ ਦੇ ਵਿਚਾਰ ਦੀ ਇਹ ਬਾਣੀ ਰਚਨ ਕੀਤੀ ਹੈ ਕਿ ਜਿਸ ਤਰ੍ਹਾਂ ਇੱਕ ਪਤੀ ਵਰਤਾ ਔਰਤ ਇਸਤਰੀ ਆਪਣੇ ਪਤੀ ਦੇ ਨਾਲੋਂ ਵਿਛੜ ਕੇ ਜੋ ਦੁੱਖ ਪਾਉਂਦੀ ਹੈ ਨਾ, ਤੇ ਉਹ ਦੁੱਖ ਇਹ ਜੀਵ ਰੂਪੀ ਇਸਤਰੀ ਉਸ ਪਤੀ ਰੂਪੀ ਪ੍ਰਮਾਤਮਾ ਦੇ ਨਾਲੋਂ ਟੁੱਟ ਕੇ ਪਾ ਰਹੀ ਹੈ। ਤੇ ਜਿਹੜਾ ਜਨਮ ਮਰਨ ਦਾ ਗੇੜ ਹੈ ਉਹਦੇ ਨਾਲੋਂ ਟੁੱਟ ਕੇ ਪਤਾ ਨਹੀਂ ਕਈ ਜਨਮ ਭਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਪਤਾ ਨਹੀਂ ਕਿੰਨੇ ਕੁ ਜਨਮ ਭੋਗਣੇ ਨੇ ਉਸ ਦੇ ਨਾਲੋਂ, ਵਾਹਿਗੁਰੂ ਦੇ ਨਾਲੋਂ ਟੁੱਟ ਕੇ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਉਹ ਜੀਵ ਰੂਪੀ ਇਸਤਰੀਆਂ ਭਾਗਾਂ ਵਾਲੀਆਂ ਨੇ ਭਾਈ, ਜਿਨ੍ਹਾਂ ਦਾ ਮਨ ਉਸ ਪਤੀ ਰੂਪੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਰੀਝ ਗਿਆ ਹੈ, ਉਹਦੇ ਚਰਨਾਂ ਦੇ ਨਾਲ ਜਿਨ੍ਹਾਂ ਦਾ ਪਿਆਰ ਬਣ ਗਿਆ ਹੈ। ਉਹ ਸਾਵਣ ਦਾ ਮਹੀਨਾ ਉਹਨਾਂ ਦੇ ਵਾਸਤੇ ਇਹ ਸੋਭਨੀਕ ਹੈ ਜਿਨ੍ਹਾਂ ਦਾ ਮਨ ਪਤੀ ਰੂਪੀ ਪ੍ਰਮਾਤਮਾ ਦੇ ਨਾਲ ਲੱਗਿਆ ਹੋਇਆ ਹੈ। ਮਨ ਤਨ ਰਤਾ ਸੱਚ ਰੰਗ ਇਕ ਨਾਮ ਆਧਾਰ। ਮਨ ਅਤੇ ਤਨ ਇੱਕੋ ਹੀ ਵਾਹਿਗੁਰੂ ਦੇ ਪਿਆਰ ਦੇ ਵਿੱਚ ਉਹਨਾਂ ਦਾ ਰੰਗਿਆ ਗਿਆ। ਤੇ ਜੀਵਨ ਦੇ ਵਿੱਚ ਕਿਸੇ ਨੂੰ ਕਿਸੇ ਦਾ ਆਸਰਾ ਹੈ, ਕਿਸੇ ਨੂੰ ਕਿਸੇ ਦਾ ਆਸਰਾ ਹੈ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਆ ਨਾ, ਉਹ ਕਹਿੰਦੇ ਕਿਸ ਹੀ ਕੋਈ ਕੋਏ ਮਾਂਜਨ ਮਾਣੀ ਇੱਕ ਤੋਂ। ਕਿਸੇ ਦਾ ਕੋਈ ਹੈ, ਕਿਸੇ ਦਾ ਕਿਸੇ ਦੇ ਮਾਣ ਹੈ। ਕੋਈ ਕਹਿੰਦਾ ਮੈਂ ਬੜੇ ਬੰਦਿਆਂ ਵਾਲਾ, ਮੇਰੀਆਂ ਬੜੀਆਂ ਲੰਬੀਆਂ ਬਾਹਾਂ ਆ, ਅਸੀਂ ਤਾਂ ਇੱਕ ਮਿੰਟ ਦੇ ਵੀ ਸੁਧਾਰ ਲੈਂਦੇ ਹਾਂ। ਬੜੇ
ਆਪੋ ਆਪਣੇ ਹੰਕਾਰ ਦੇ ਵਿੱਚ, ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਹੋਏ, ਉਹ ਦੁਨੀਆ ਦੇ ਉੱਤੇ ਮਾਣ ਨਹੀਂ ਕਰਦੇ। ਉਹ ਕਹਿੰਦੇ ਮਨ ਤਨ ਰਤਾ ਸੱਚ ਰੰਗ, ਇੱਕੋ ਸੱਚੇ ਦੇ ਰੰਗ ਵਿੱਚ ਉਹਨਾਂ ਦਾ ਮਨ ਤੇ ਤਨ ਰੰਗਿਆ ਹੋਇਆ ਹੈ। ਤੇ ਜੀਵਨ ਦੇ ਵਿੱਚ ਇੱਕੋ ਹੀ ਆਧਾਰ ਹੈ ਨਾਮ ਦਾ। ਦੋ ਤਰ੍ਹਾਂ ਦੇ ਰੰਗ ਆ ਗੁਰਬਾਣੀ ਦੇ ਵਿੱਚ ਆਉਂਦੇ। ਸਤਿਗੁਰੂ ਜੀ ਜਿੱਥੇ ਪੱਕੇ ਰੰਗ ਦੀ ਗੱਲ ਕਰਦੇ ਆ ਨਾ, ਉੱਥੇ ਮਜੀਠੀ ਦੇ ਰੰਗ ਦੱਸਦੇ ਨੇ। ਇੱਕ ਰੰਗ ਹੈ ਕੱਚਾ ਰੰਗ, ਜਿਹੜਾ ਮਾਇਆ ਦਾ ਰੰਗ ਹੈ। ਉਹ ਖਿੰਨ ਭੰਗਰ ਕੁਝ ਸਮੇਂ ਦਾ ਰੰਗ ਹੈ, ਉਹ ਹੈ ਕਸੁੰਭੇ ਦਾ ਰੰਗ। ਕਸੁੰਭੇ ਦਾ ਰੰਗ ਕੱਚਾ ਹੈ ਤੇ ਮਜੀਠੀ ਰੰਗ ਪੱਕਾ ਹੈ। ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਗਏ ਭਾਈ, ਉਹਨਾਂ ਦਾ ਮਜੀਠੀ ਰੰਗ ਹੈ। ਜਿਹੜਾ ਪੱਕਾ ਰੰਗ ਹੋਵੇ ਨਾ, ਕੱਪੜਾ ਧੋਂਦਿਆਂ ਧੋਂਦਿਆਂ ਭਾਵੇਂ ਫਟ ਜਾਵੇ ਪਰ ਰੰਗ ਫਿੱਕਾ ਨਹੀਂ ਪੈਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ੍ਹ ਗਿਆ ਨਾ, ਉਹਨਾਂ ਨੇ ਭਾਵੇਂ ਰੰਬੀਆਂ ਨਾਲ ਖੋਪਰ ਲੈ ਗਏ, ਤਤੀਆਂ ਤਵੀਆਂ ਦੇ ਉੱਤੇ ਬੈਠ ਗਏ, ਦੇਗਾਂ ਦੇ ਵਿੱਚ ਉਬਾਲੇ ਗਏ, ਆਰਿਆਂ ਦੇ ਥੱਲੇ ਵੀ ਉਹ ਰੰਗ ਫਿੱਕਾ ਨਹੀਂ ਪਿਆ, ਜਿਹੜਾ ਵਾਹਿਗੁਰੂ ਦੇ ਨਾਮ ਦਾ ਰੰਗ ਜਿਨ੍ਹਾਂ ਨੂੰ ਚੜ੍ਹਿਆ। ਕਿਉਂਕਿ ਮਨ ਦੇ ਵਿੱਚ ਇੱਕੋ ਹੀ ਆਧਾਰ ਹੈ, ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ। ਇਹ ਜਿਹੜੇ ਦੁਨੀਆ ਦੇ ਰੰਗ ਨੇ, ਇਹ ਕੂੜੇ ਨੇ, ਇਹ ਝੂਠੇ ਨੇ, ਪਲਾਂ ਦੇ ਵਿੱਚ ਲੈ ਜਾਂਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਵਿਖਿਆ ਰੰਗ ਕੋੜਾ ਵਿਆ, ਦਿਸਣ ਸਭੇ ਚਾਰ। ਇਹ ਜਿਹੜੇ ਦੁਨੀਆ ਦੇ ਰੰਗ ਨੇ, ਮਾਇਆ ਦੇ ਰੰਗ ਨੇ ਭਾਈ, ਇਹ ਝੂਠੇ ਨੇ, ਖਿੰਨ ਭੰਗਰ ਦੇ ਨੇ। ਦੇਖਦਿਆਂ ਦੇਖਦਿਆਂ ਇਹ ਰੰਗ ਸਵਾਹ ਹੋ ਜਾਂਦੇ ਨੇ। ਆਪਾਂ ਬੜੀਆਂ ਬੜੀਆਂ ਡੀਂਗਾ ਮਾਰਦੇ ਆ, ਫਲਾਨਾ ਬੰਦਾ ਮੇਰਾ, ਫਲਾਨਾ ਬੰਦਾ ਮੇਰਾ, ਮੇਰੀ ਬੜੀ ਬਣੀ ਆ, ਪਰ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਿਹੜੇ ਵੇਲੇ ਬੰਦੇ ਬਦਲ ਜਾਂਦੇ ਨੇ। ਇਹ ਹੈ ਝੂਠੇ ਰੰਗ ਦੁਨੀਆ ਦੇ। ਪਰ ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਆ ਨਾ, ਉਹ ਪਿਆਰੇ ਜਿੱਥੇ ਖੜਨਗੇ, ਜਿੱਥੇ ਬੈਠਣਗੇ, ਉਹ ਰੱਬ ਜੀ ਦੀਆਂ ਹੀ ਗੱਲਾਂ ਕਰਨਗੇ, ਵਾਹਿਗੁਰੂ ਦੇ ਨਾਮ ਦੀ ਹੋਈ ਗੱਲ ਕਰਨਗੇ। ਦੁਨੀਆ ਦੇ ਰੰਗ ਦੇ ਵਿੱਚ ਜਿਹੜੇ ਬੰਦੇ ਰੰਗੇ ਹੋਏ ਨੇ, ਉਹ ਜਿੱਥੇ ਖੜਨਗੇ ਉਹ ਦੁਨੀਆ ਦੇ ਰੰਗਾਂ ਦੀਆਂ ਗੱਲਾਂ ਕਰਨਗੇ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਪੱਕਾ ਰੰਗ ਹੈ, ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਗਿਆ ਨਾ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਇਹ ਜਿਹੜਾ ਸਾਵਣ ਦਾ ਮਹੀਨਾ ਹੈ ਨਾ, ਬਹੁਤ ਤਪਸ਼ ਤੋਂ ਬਾਅਦ, ਹਾੜ ਦਾ ਮਹੀਨਾ ਪੂਰਾ ਤਪ ਦਾ ਮਹੀਨਾ ਹੈ। ਤੇ ਸਾਵਣ ਦੇ ਮਹੀਨੇ ਦੇ ਵਿੱਚ ਵਰਖਾ ਦੀ ਰੁੱਤ ਨੂੰ ਮੰਨਿਆ ਗਿਆ ਹੈ। ਤੇ ਕਈ ਵਾਰ ਦਿਨ ਦੇ ਵਿੱਚ ਬਾਰਿਸ਼ ਆ ਜਾਂਦੀ ਹੈ। ਤੇ ਜਦੋਂ ਉਹ ਬਾਰਿਸ਼ ਆਉਂਦੀ ਹੈ, ਜਿਹੜਾ ਗਰਮੀ ਦੇ ਨਾਲ ਸੁੱਕਿਆ ਸੜਿਆ ਬਣ ਹੈ, ਦਰਖਤ ਨੇ, ਉਹ ਬਾਰਿਸ਼ ਦੀਆਂ ਬੂੰਦਾਂ ਦੇ ਨਾਲ ਹਰੇ ਭਰੇ ਹੋ ਜਾਂਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਨਾਲੋਂ ਜਿਹੜੇ ਟੁੱਟੇ ਹੋਏ ਹਿਰਦੇ ਨੇ ਨਾ, ਇਹ ਬਾਹਰਲੀ ਬਨਾਸਪਤੀ ਦੀ ਮਿਸਾਲ ਦਿੱਤੀ ਆ ਸਤਿਗੁਰੂ ਨੇ, ਵੀ ਜਿਵੇਂ ਉਹ ਅੱਤ ਦੀ ਗਰਮੀ ਦੇ ਵਿੱਚ ਸੁੱਕ ਜਾਂਦੇ ਨੇ, ਸੜ ਜਾਂਦੇ ਨੇ, ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦੇ ਨਾਲੋਂ ਟੁੱਟ ਕੇ ਜਿਹੜੇ ਸੁੱਕ ਗਏ ਨੇ, ਸੜ ਗਏ ਨੇ, ਜਦੋਂ ਉਹਨਾਂ ਦੇ ਉੱਤੇ ਅੰਮ੍ਰਿਤ ਦੀਆਂ ਬੂੰਦਾਂ, ਇੱਕ ਤਾਂ ਅੰਮ੍ਰਿਤ ਉਹ ਹੈ ਜਿਹੜਾ ਸਾਨੂੰ ਕਲਗੀਧਰ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਉਹਨਾਂ ਤੋਂ ਉਪਰੰਤ ਅੱਜ ਪੰਜ ਪਿਆਰਿਆਂ ਦੇ ਕੋਲੇ ਇਹ ਹਦਾਇਤ ਹੈ, ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਸਾਰੀ ਮਰਜ਼ਾਦਾ ਦੱਸਣ ਤੋਂ ਉਪਰੰਤ ਫਿਰ ਗੁਰੂ ਮੰਤਰ, ਵਾਹਿਗੁਰੂ ਮੰਤਰ, ਮੂਲ ਮੰਤਰ ਉਹ ਦੱਸਦੇ ਨੇ। ਅਸਲ ਵਿੱਚ ਗੁਰੂ ਘਰ ਦੇ ਵਿੱਚ ਆਉਣਾ, ਜਿਹੜਾ ਦਾਖਲ ਹੋਣਾ ਨਾ, ਅੰਮ੍ਰਿਤ ਛਕਣਾ, ਗੁਰੂ ਘਰ ਦੇ ਅੰਦਰ ਦਾਖਲ ਹੋਣਾ ਹੈ। ਅੰਮ੍ਰਿਤ ਛਕ ਲੈਣਾ ਹੀ ਵੱਡੀ ਗੱਲ ਨਹੀਂ, ਅਸਲ ਵਿੱਚ ਇੱਥੋਂ ਇਹ ਕਲਾਸ ਸ਼ੁਰੂ ਹੁੰਦੀ ਹੈ। ਇਸ ਘਰ ਦੇ ਵਿੱਚ ਆ ਕੇ ਫਿਰ ਜੋ ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਹੈ, ਪੰਜ ਪਿਆਰਿਆਂ ਦੇ ਦੁਆਰਾ ਜੋ ਸਾਨੂੰ ਮਿਲਿਆ ਹੈ, ਉਹਦੀ ਕਮਾਈ ਕਰਨੀ ਹੈ। ਉਹਦੀ ਕਮਾਈ ਦੇ ਨਾਲ ਇੱਕ ਅੰਮ੍ਰਿਤ ਤਿਆਰ ਹੁੰਦਾ ਹੈ, ਜਿਹਨੇ ਤੇਰੀ ਆਤਮਾ ਜਿਹੜੀ ਨਾਮ ਤੋਂ ਟੁੱਟ ਕੇ
ਸੁੱਕ ਗਈ ਹੈ, ਸੜ ਗਈ ਹੈ, ਉਹ ਬੂੰਦਾਂ ਜਦੋਂ ਨਾਮ ਦੀਆਂ ਉਸ ਆਤਮਾ ਦੇ ਉੱਤੇ ਪੈਣਗੀਆਂ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਉਹ ਬੂੰਦਾਂ ਪ੍ਰਾਪਤ ਕਿਵੇਂ ਹੋਣੀਆਂ? ਆ ਗੁਰੂ ਕੀ ਸੰਗਤ ਦੇ ਵਿੱਚ ਆ ਕੇ। ਜਿਹੜੇ ਗੁਰੂ ਕੀ ਸੰਗਤ ਦੇ ਵਿੱਚ ਪਿਆਰੇ ਮਿਲ ਸਾਧੂ ਪੀਵਣ ਹਾਰ, ਸਾਧੂ ਜਿਹੜੇ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਚੁੱਕੇ ਨੇ, ਜਿਹੜੇ ਉਹਦੇ ਨਾਲ ਮਿਲੇ ਹੋਏ ਨੇ, ਤੂੰ ਉਹਨਾਂ ਦੀ ਸੰਗਤ ਕਰ, ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਜਸ ਕਰ। ਉਹ ਅੰਮ੍ਰਿਤ ਜਿਹੜਾ ਤੇਰੇ ਅੰਦਰੋਂ ਪੈਦਾ ਹੋਣਾ ਹੈ, ਨਾਮ ਦੇ ਦੁਆਰਾ ਪੈਦਾ ਹੋਣਾ ਹੈ, ਉਸ ਅੰਮ੍ਰਿਤ ਦੀਆਂ ਬੂੰਦਾਂ ਨੂੰ ਚੱਖ। ਤੇ ਜਿਵੇਂ ਬਾਹਰਲਾ ਬਾਣ ਮੀਂਹ ਪੈਣ ਦੇ ਨਾਲ ਮੌਲਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਬਾਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਇਹ ਸਮਰੱਥ ਪੁਰਖ ਹੈ ਗੁਰੂ। ਉਹ ਗੁਰੂ ਦੀ ਕਿਰਪਾ ਦੇ ਨਾਲ ਜਿਵੇਂ ਬਣ ਤਣ ਬਾਹਰਲਾ ਜੰਗਲ ਦਰਖਤ ਬਨਸਪਤੀ ਮੌਲਦੀ ਹੈ, ਬਾਰਿਸ਼ ਪੈਣ ਦੇ ਨਾਲ ਅਨੇਕਾਂ ਤਰ੍ਹਾਂ ਦੇ ਬੂਟੇ ਧਰਤੀ ਦੇ ਵਿੱਚੋਂ ਨਿਕਲਦੇ ਨੇ ਨਾ, ਇਸੇ ਤਰ੍ਹਾਂ ਜਦੋਂ ਅੰਮ੍ਰਿਤ ਬੂੰਦ ਇਸ ਹਿਰਦੇ ਰੂਪੀ ਹਿਰਦੇ ਦੇ ਉੱਤੇ ਪਈ ਨਾ ਜਾ ਕੇ, ਗੁਰੂ ਕੀ ਸੰਗਤ ਕਰਦਿਆਂ ਕਰਦਿਆਂ ਇਹ ਹਿਰਦਾ ਜਿਹੜਾ ਸੁੱਕ ਚੁੱਕਿਆ, ਸੜਿਆ ਹੋਇਆ ਹੈ, ਆਤਮਿਕ ਜੀਵਨ ਨਾਲੋਂ ਖਤਮ ਹੋ ਚੁੱਕਾ ਹੈ, ਉਹਨੂੰ ਫਿਰ ਬਾਣ ਤਣ ਪ੍ਰਭ ਸੰਗ ਮੌਲਿਆ, ਉਹ ਵੀ ਮੌਲਿਆ ਹਰਿਆ ਹੋ ਜਾਵੇਗਾ। ਤੇ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਕਿਰਪਾ ਹੈ ਨਾ, ਕੇਵਲ ਤੋਂ ਕੇਵਲ ਗੁਰੂ ਹੀ ਕਰ ਸਕਦਾ ਹੈ, ਬੰਦੇ ਦੇ ਵੱਸ ਨਹੀਂ। ਗੁਰੂ ਪੂਰਾ ਕਿਰਪਾ ਕਰ ਦੇਵੇ, ਸਿੱਖ ਦੇ ਅੰਦਰ ਉਸ ਪਰਮਾਤਮਾ ਨੂੰ ਮਿਲਣ ਦੀ ਲਾਲਸਾ ਪੈਦਾ ਹੋ ਜਾਵੇ। ਤੇ ਉਹ ਲਾਲਸਾ ਸਤਿਗੁਰੂ ਜੀ ਕਹਿੰਦੇ ਹਰ ਮਿਲਣੈ ਨੂੰ ਮਨ ਲੂਚਦਾ, ਕਰਮ ਮਿਲਾਵਣ ਹਾਰ। ਜਦੋਂ ਵਾਹਿਗੁਰੂ ਦੇ ਘਰ ਦੀਆਂ ਅਸੀਂ ਗੱਲਾਂ ਸੁਣਦੇ ਆ ਨਾ, ਕਰਦੇ ਆ, ਤੇ ਕਰਦਿਆਂ ਕਰਦਿਆਂ ਮਨ ਦੇ ਵਿੱਚ ਇਹ ਮੰਗ ਪੈਦਾ ਹੋਈ ਹੈ ਕਿ ਜਿਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਤਨੇ ਗੁਣ ਨੇ ਨਾ, ਉਹ ਵਾਹਿਗੁਰੂ ਨਾਲ ਮਿਲਣਾ ਚਾਹੀਦਾ। ਤੇ ਸਤਿਗੁਰੂ ਜੀ ਕਹਿੰਦੇ ਮਿਲਣ ਨੂੰ ਮਨ ਤਾਂ ਲੋਚਦਾ ਹੈ, ਪਰ ਕਰਮ ਮਿਲਾਵਣ ਹਾਰ। ਇੱਥੇ ਕਰਮ ਦਾ ਅਰਥ ਕਿਸਮਤ ਨਹੀਂ ਕਰਨਾ, ਇੱਥੇ ਕਰਮ ਦਾ ਅਰਥ ਹੈ ਕਿਰਪਾ। ਕਿਉਂਕਿ ਮੰਮੇ ਨੂੰ ਸਿਆਰੀਏ, ਜਦੋਂ ਮੰਮਾ ਮੁਕਤਾ ਹੋਵੇ ਉਹਦਾ ਅਰਥ ਹੈ ਕਿਸਮਤ। ਮੰਮੇ ਨੂੰ ਸਿਆਰੀਏ ਗੁਰੂ ਦੀ ਕਿਰਪਾ ਦੁਆਰਾ ਹੀ ਉਸ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਮਿਲਣ ਵਾਸਤੇ ਤਾਂ ਮਨ ਬਹੁਤ ਕਰਦਾ ਹੈ, ਪਰ ਤਿਨਾ ਦੇਖ ਮਨ ਚਾਓ ਠੰਡਾ, ਹੁਣ ਕਦ ਪਾਈ ਗੁਰਦਾਸਾ। ਜਿਹੜੇ ਸੰਗਤ ਦੇ ਵਿੱਚ ਰੰਗੇ ਹੋਏ ਨੇ, ਉਹਨਾਂ ਨੂੰ ਦੇਖ ਦੇਖ ਕੇ ਮਨ ਕਰਦਾ ਵੀ ਅਸੀਂ ਵੀ ਸੰਗਤ ਕਰੀਏ, ਉਸ ਵਾਹਿਗੁਰੂ ਦੇ ਨਾਲ ਅਭੇਦ ਹੋਈਏ। ਪਰ ਸਤਿਗੁਰੂ ਜੀ ਕਹਿੰਦੇ ਇਹ ਗੁਰੂ ਦੀ ਕਿਰਪਾ ਹੋਵੇ, ਗੁਰੂ ਕਿਰਪਾ ਕਰ ਦੇਵੇ। ਜਿਨ ਕੀ ਜਾਨ ਪਰ ਇਹ ਨਜ਼ਰ ਉਠਾ ਦੇਤੇ हैं, तिन की सोई हुई तकदीर जगा देते हैं। गुरु कृपा कर दवे, फिर जिन सखिए प्रभ पाया, हाउ तिनका सद बलिहार। जिन्हां सखियां ने, जिन्हां सहेलियां ने वो वाहिगुरु दे नाम की प्राप्ति की है, वाहिगुरु दे विच अभेद हो गए ने ना जिहड़े, सतगुरु जी कहते मैं उन्हां तो सदा बलिहारे जाना, उन्हां तो कुर्बान जाना हाँ। क्योंकि जिहड़े आप मिले हुए ने वो किसी नूं मिलाउण दी भी समर्था रखते हैं। जिहड़ियां सखियां असत संगत रूपी सहेलियां वाहिगुरु दे नाम दे विच रंगियां होईयां ने, सतगुरु जी कहते मैं उन्हां तो कुर्बान जाना हाँ, उन्हां तो बलिहार जाना हाँ। नानक हर जी मया कर शब्द सवारन हार। सतगुरु जी कहते महाराज कृपा करो, मया दा अर्थ है कृपा। ऐसे अखरां नूं कन्ना लग जावे ते सिहारी उड़ जावे, इहदा अर्थ बन जांदा माया। ते मया दा अर्थ है कृपा। सतगुरु कृपा करो, सानू अपने नाल मिला लो। पर सतगुरु जी कहते
ਸ਼ਬਦ ਸਵਾਰਨ ਹਾਰ। ਜਿਹੜੀਆਂ ਜੀਵ ਰੂਪੀ ਇਸਤਰੀਆਂ ਉਹ ਸ਼ਬਦ ਦੇ ਵਿੱਚ ਅਭੇਦ ਹੋ ਗਈਆਂ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਸ਼ਬਦ ਵਸ ਗਿਆ, ਵਾਹਿਗੁਰੂ ਦਾ ਨਾਮ ਵਸ ਗਿਆ, ਉਹੀ ਜੀਵ ਰੂਪੀ ਇਸਤਰੀਆਂ ਉਸ ਪਤੀ ਰੂਪੀ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਸਕਦੀਆਂ ਨੇ। ਤੇ ਉਹੀ ਜੀਵ ਰੂਪੀ ਇਸਤਰੀਆਂ ਇਸ ਸਾਵਣ ਦੇ ਮਹੀਨੇ ਦੇ ਵਿੱਚ ਸੋਹਣੀਆਂ ਲੱਗਦੀਆਂ ਨੇ, ਜਿਨ੍ਹਾਂ ਨੇ ਆਪਣੇ ਪਤੀ ਰੂਪੀ ਪ੍ਰਮਾਤਮਾ ਨੂੰ ਖੁਸ਼ ਕਰ ਲਿਆ। ਸਾਵਨ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਇਹ ਸਾਵਣ ਦਾ ਮਹੀਨਾ ਭਾਈ ਉਹਨਾਂ ਵਾਸਤੇ ਸੋਭਨੀਕ ਹੈ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਰੂਪੀ ਗਲੇ ਦੇ ਵਿੱਚ ਪਰੋ ਕੇ ਪਾ ਲਿਆ। ਗਲੇ ਦੇ ਵਿੱਚ ਪਰੋਣ ਦਾ ਮਤਲਬ ਹਰ ਵੇਲੇ ਯਾਦ ਹੈ ਜਿਨ੍ਹਾਂ ਦੇ ਵਾਹਿਗੁਰੂ। ਜਿਸ ਤਰ੍ਹਾਂ ਆਪਣੇ ਧੀਆ ਪੁੱਤਰ ਸਾਨੂੰ ਹਰ ਵੇਲੇ ਯਾਦ ਹੈ ਨਾ, ਵਾਰ-ਵਾਰ ਮਾਲਾ ਫੜ ਕੇ ਨਹੀਂ ਬੈਠਣਾ ਪੈਂਦਾ ਉਹਨਾਂ ਦਾ ਨਾਮ ਜਪਣ ਲਈ। ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਸੰਸਾਰ ਦੇ ਵਿੱਚ ਕਿਰਤਾਂ ਬਿਰਤਾਂ ਕਰਦਿਆਂ ਹੋਇਆਂ ਸਾਨੂੰ ਆਪਣੇ ਬੱਚੇ ਯਾਦ ਨੇ ਨਾ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਹਾਰ ਬਣਾ ਕੇ ਆਪਣੇ ਗਲੇ ਦੇ ਵਿੱਚ ਪਾ, ਜਿਹੜਾ ਹਰ ਵੇਲੇ ਤੈਨੂੰ ਵਾਹਿਗੁਰੂ ਚੇਤੇ ਰਵੇ, ਹਰ ਵੇਲੇ ਵਾਹਿਗੁਰੂ ਦੀ ਤੇਰੀ ਯਾਦ ਤੇਰੇ ਹਿਰਦੇ ਦੇ ਵਿੱਚ ਬਣੀ ਰਵੇ। ਤੇ ਸਤਿਗੁਰੂ ਜੀ ਕਹਿੰਦੇ ਇਹ ਸਾਵਣ ਦਾ ਮਹੀਨਾ ਭਾਈ ਉਹਨਾਂ ਦੇ ਵਾਸਤੇ ਸੋਭਨੀਕ ਹੈ। ਸੋ ਅੱਜ ਦਾ ਜੋ ਦਿਹਾੜਾ ਹੈ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਦਿਵਸ ਹੈ, ਜਿਨ੍ਹਾਂ ਨੂੰ ਅੱਜ ਦੇ ਦਿਨ ਲਾਹੌਰ ਦੇ ਅੰਦਰ ਸ਼ਹੀਦ ਕੀਤਾ ਗਿਆ। ਜ਼ਕਰੀਆ ਖਾਨ ਉਸ ਵੇਲੇ ਦਾ ਹੁਕਮਰਾਨ ਹੈ। ਭਾਈ ਤਾਰੂ ਸਿੰਘ ਜੀ ਦੇ ਸਿਰਫ ਦੋਸ਼ ਉਹਨਾਂ ਦੇ ਸਿਰਫ ਇਹੀ ਹੈ ਕਿ ਉਸ ਵੇਲੇ ਜਦੋਂ ਜ਼ਕਰੀਆ ਖਾਨ ਸਿੰਘਾਂ ਨੂੰ ਖਤਮ ਕਰਨ ਦੇ ਉੱਤੇ ਤੁਲਿਆ ਰਿਹਾ ਹੈ, ਸਿੰਘ ਆਪਣਾ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਲੁੱਕੇ ਗੁਜ਼ਾਰਾ ਕਰਦੇ ਨੇ, ਕੋਈ ਬੀਕਾਨੇਰ ਦੇ ਜੰਗਲਾਂ ਦੇ ਵਿੱਚ। ਤੇ ਇਹ ਭਾਈ ਤਾਰੂ ਸਿੰਘ ਜੀ ਉਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਪਹੁੰਚਾਉਣ ਦਾ ਕੰਮ ਕਰਦੇ ਨੇ। ਬਸ ਆਹੀ ਦੋਸ਼ ਹੈ ਕਿ ਸੰਸਾਰ ਦੇ ਕਿ ਸਰਕਾਰ ਦੇ ਬਾਗੀਆਂ ਨੂੰ ਤਾਰੂ ਸਿਆਂ ਤੂੰ ਜਲ ਪਾਣੀ ਦਿੰਦਾ ਹੈ, ਭੋਜਨ ਛਕਾਉਣਾ ਹੈ। ਮੋਮਨ ਖਾਨ ਥਾਣੇਦਾਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਲੈ ਗਿਆ। ਨਾਲ ਹੀ ਭਾਈ ਸਾਹਿਬ ਦੀ ਸਕੀ ਭੈਣ ਬੀਬੀ ਤਾਰੂ ਕੌਰ। ਪਰ ਜਦੋਂ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ, ਉੱਥੇ ਦੀ ਸੰਗਤ ਨੂੰ ਸਿੰਘਾਂ ਨੂੰ ਪਤਾ ਲੱਗਿਆ ਵੀ ਜੰਗ ਕਰਕੇ ਭਾਈ ਤਾਰੂ ਸਿੰਘ ਉਹਨਾਂ ਨੂੰ ਛੁਡਾ ਲਿਆ ਜਾਵੇ। ਫਿਰ ਜਦੋਂ ਜਾ ਕੇ ਭਾਈ ਤਾਰੂ ਸਿੰਘ ਉਹਨਾਂ ਨਾਲ ਸਲਾਹ ਕੀਤੀ, ਉਹ ਕਹਿਣ ਲੱਗੇ ਭਾਈ ਮੈਨੂੰ ਤਾਂ ਤੁਸੀਂ ਛੁਡਾ ਲਓਗੇ, ਪਰ ਪਿੰਡ ਦੇ ਉੱਤੇ ਫਿਰ ਇਹ ਮੁਗਲ ਸਰਕਾਰ ਦਾ ਕਹਿਰ ਟੁੱਟ ਪੈਣਾ, ਇਸ ਕਰਕੇ ਮੈਂ ਜਾਣ ਵਾਸਤੇ ਨਾਲ ਤਿਆਰ ਹਾਂ। ਭਾਰੀ ਰਕਮ ਦੇ ਕੇ ਉਸ ਨਗਰ ਦੇ ਲੋਕਾਂ ਨੇ ਉਹਨਾਂ ਤੋਂ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਨੂੰ ਛੁਡਾ ਲਿਆ। ਤੇ ਅੱਜ ਦੇ ਦਿਨ ਲਾਹੌਰ ਦੇ ਅੰਦਰ ਜਾ ਕੇ ਕਈ ਦਿਨਾਂ ਦੀ ਕੈਦ ਕੱਟਣ ਤੋਂ ਬਾਅਦ ਜਦੋਂ ਭਾਈ ਸਾਹਿਬ ਨੇ ਈਨ ਨਹੀਂ ਮੰਨੀ, ਤਾਂ ਉਸ ਵੇਲੇ ਕਹਿੰਦੇ ਜਿਹੜੀ ਸਿੱਖੀ ਦਾ ਇਹ ਮਾਣ ਕਰਦਾ ਹੈ ਨਾ, ਉਹ ਸਿੱਖੀ ਨੂੰ ਉਹ ਕੇਸਾਂ ਨੂੰ ਕਤਲ ਕਰ ਦਿੱਤਾ ਜਾਵੇ। ਤੇ ਉਸ ਵੇਲੇ ਜ਼ਕਰੀਆ ਖਾਨ ਦਾ ਹੁਕਮ ਹੋਇਆ ਵੀ ਇਹਦੇ ਕੇਸ ਇਸ ਹਿਸਾਬ ਨਾਲ ਕੱਟੇ ਜਾਣ ਕੇ ਮੁੜ ਕੇ ਪੈਦਾ ਨਾ ਹੋਣ। ਤੇ ਜਲਾਲ ਕਹਿੰਦੇ ਫਿਰ ਬਾਦਸ਼ਾਹ ਇਹ ਤਾਂ ਇਹ ਆ ਵੀ ਖੋਪੜੀ ਵੀ ਲਾਉਣੀ ਪਊਗੀ ਤਾਂ ਨਹੀਂ ਫਿਰ ਕੇਸ ਪੈਦਾ ਹੋਣਗੇ। ਉਹ ਕਹਿੰਦੇ ਲਾ ਦਿਓ। ਭਾਈ ਸਾਹਿਬ ਨੂੰ ਅਖੀਰੀ ਵਾਰੀ, ਕਿਉਂਕਿ 24-25 ਸਾਲ ਦੀ ਉਮਰ ਸੀ ਟੋਟਲ ਜਦੋਂ ਦਾ ਇਹ ਵਾਕਿਆ, ਬਹੁਤ ਉੱਚੇ ਲੰਬੇ ਜਵਾਨ ਸੀ, ਖੇਤੀ ਦਾ ਕੰਮ ਸੀਗਾ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਦਿੱਤੇ। ਪਰ ਭਾਈ ਸਾਹਿਬ ਨੇ ਸਾਰੇ ਲਾਲਚਾਂ ਨੂੰ ਠੁਕਰਾ ਕੇ ਕਹਿ ਦਿੱਤਾ ਵੀ ਜੇ ਮੈਂ ਆਪਣੇ ਧਰਮ ਤੋਂ ਹਿੱਲ ਜਾਂਦਾ ਹਾਂ, ਕੀ ਮੌਤ ਮੈਨੂੰ ਫਿਰ ਨਹੀਂ ਆਵੇਗੀ? ਜੇ ਧਰਮ ਤੋਂ ਹਿੱਲ ਕੇ ਵੀ ਮੁਸਲਮਾਨ ਬਣ ਕੇ ਵੀ ਮੌਤ ਆਉਣੀ ਆ, ਫਿਰ ਸਿੱਖੀ ਜੀਵਨ ਦੇ ਕਮਾਉਂਦਿਆਂ ਹੋਇਆ ਆ ਜਾਵੇ ਤਾਂ ਮੈਨੂੰ ਮਨਜ਼ੂਰ ਹੈ। ਐਨੇ ਤਸੱਦਦ ਝੱਲਣ ਤੋਂ ਬਾਅਦ ਅੱਜ ਦੇ ਦਿਨ ਭਾਈ ਸਾਹਿਬ ਜੀ ਨੂੰ ਲਾਹੌਰ ਸ਼ਹਿਰ ਦੇ ਅੰਦਰ ਉਹਨਾਂ ਦੀ ਖੋਪੜੀ ਲਾਈ ਗਈ।
ਸਮੇਤ ਕੇਸਾਂ ਦੇ। ਤੇ ਇਤਿਹਾਸ ਦੇ ਵਿੱਚ ਆਉਂਦਾ ਖੋਪੜੀ ਲਹਾਉਣ ਤੋਂ ਬਾਅਦ ਤਕਰੀਬਨ 22 ਦਿਨਾਂ ਤੱਕ ਭਾਈ ਸਾਹਿਬ ਜੀ ਜਿਉਂਦੇ ਰਹੇ। ਤੇ ਲਾਹੌਰ ਦੀਆਂ ਜਿਹੜੀਆਂ ਕਚਹਿਰੀਆਂ ਸੀ ਨਾ ਜ਼ਕਰੀਆ ਖਾਨ ਦੀਆਂ, ਉਹਦੇ ਦੁਆਲੇ ਦੁਆਲੇ ਬਹੁਤ ਵੱਡਾ ਇੱਕ ਖਾਲਾ ਪੁੱਟਿਆ ਹੋਇਆ ਸੀ। ਤੇ ਦੂਰੋਂ ਦੂਰੋਂ ਸਿੰਘਾਂ ਨੂੰ ਫੜ ਕੇ ਲਿਆ ਕੇ ਮਾਰ ਕੇ ਉਸ ਖਾਲੇ ਦੇ ਵਿੱਚ ਸੁੱਟ ਦਿੰਦੇ ਸੀ ਤੇ ਖਤਮ ਕੀਤਾ ਜਾਂਦਾ ਸੀ। ਇਹ ਖੋਪੜੀ ਲੱਥੀ ਦੇ ਉੱਤੇ ਉਹ ਖਾਲੇ ਦੇ ਵਿੱਚ ਸਿੱਟ ਦਿੱਤਾ ਤੇ 22 ਦਿਨ ਤੱਕ ਭਾਈ ਸਾਹਿਬ ਜੀ ਦੇ ਮੁਖਾਰ ਬਿੰਦ ਦੇ ਵਿੱਚੋਂ ਬਾਣੀ ਦਾ ਜਾਪ ਹੁੰਦਾ ਰਿਹਾ। ਤੇ ਜਿਵੇਂ ਜਿਵੇਂ ਉਹ ਖੋਪੜੀ ਲਾਉਂਦੇ ਸੀ ਜਪਜੀ ਸਾਹਿਬ ਦਾ ਉਚਾਰਨ ਹੋ ਰਿਹਾ ਸੀ। ਜਦੋਂ ਖੋਪੜੀ ਲਾਉਣ ਤੋਂ ਤੀਸਰੇ ਦਿਨ ਜ਼ਕਰੀਆ ਖਾਨ ਕੋਲੇ ਦੀ ਲੰਘਣ ਲੱਗਿਆ ਨਾ, ਤਾਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸਿੱਖਾ ਜੇ ਖਤਮ ਨਹੀਂ ਹੋਇਆ। ਤੇ ਭਾਈ ਸਾਹਿਬ ਆਪਣੇ ਰੰਗ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਕਰਦੇ ਸੀ। 22 ਦਿਨ ਤੱਕ ਜਿਉਂਦੇ ਰਹੇ। ਲਾਹੌਰ ਦਾ ਇੱਕ ਕਿਰਤੀ ਸਿੱਖ, ਰਾਮਗੜੀਆ ਸਿੱਖ, ਜਿਹੜਾ ਹਲਦੀ ਦਾ ਲੇਪ ਤੇਲ ਦੇ ਵਿੱਚ ਰਲਾ ਕੇ ਉਹ ਰੋਜ਼ਾਨਾ ਆ ਕੇ ਸਮਾਂ ਬਚਾ ਕੇ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਆ ਕੇ ਨਾ ਲੇਪ ਕਰਕੇ ਜਾਇਆ ਕਰਦਾ ਸੀ। ਇਹ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ। ਸੋ ਅੱਜ ਦਾ ਦਿਨ ਹੈ ਜੋ ਅਸਲ ਵਿੱਚ ਸ਼ਹੀਦੀਆਂ ਨੇ ਨਾ, ਜਿਹੜੀਆਂ ਸਾਨੂੰ ਯਾਦ ਕਰਾਉਂਦੀਆਂ ਨੇ ਵੀ ਉਹਨਾਂ ਨੇ ਕਿਵੇਂ ਤਸੱਦਦ ਝੱਲ ਝੱਲ ਕੇ ਸਾਨੂੰ ਦੱਸਿਆ ਵੀ ਇਹ ਕੇਸਾਂ ਦਾ ਸਤਿਕਾਰ ਕਿਵੇਂ ਕਰਨਾ ਹੈ। ਇਹ ਸਿੱਖੀ ਕੋਈ ਏਡੀ ਸਸਤੇ ਭਾਅ ਦੇ ਵਿੱਚ ਨਹੀਂ ਮਿਲੀ ਹੋਈ ਜਿਹੜੀ ਅਸੀਂ ਭੰਗ ਦੇ ਭਾਣੇ ਰੋਲੀ ਜਾ ਰਹੇ ਹਾਂ। ਉਹਨਾਂ ਸਿੰਘਾਂ ਸਿੰਘਣੀਆਂ ਦੇ ਅਰਦਾਸ ਦੇ ਵਿੱਚ ਨਾਂ ਆਉਂਦੇ ਨੇ। ਇੱਕ ਦੁੱਧ ਚੁੰਘਦੇ ਬੱਚਿਆਂ ਤੋਂ ਲੈ ਕੇ 70-80 ਸਾਲ ਦੇ ਬਜ਼ੁਰਗਾਂ ਤੱਕ ਅਨੇਕਾਂ ਉਮਰਾਂ ਦੇ ਵਿੱਚ ਕੋਈ ਜੰਮਦੇ ਬੱਚਿਆਂ ਨੂੰ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਟੋਟੇ ਕਰਾ ਕਰਾ ਕੇ ਮਾਈਆਂ ਨੇ ਗਲਾਂ ਦੇ ਵਿੱਚ ਹਾਰ ਪਵਾਏ। ਕਹਿੰਦਾ ਜਦੋਂ ਇਹ ਹਾਰਾਂ ਨੂੰ ਮਾਈਆਂ ਦੇਖਣਗੀਆਂ ਨਾ ਟੋਟੇ ਹੋਏ, ਫਿਰ ਉਹਨਾਂ ਦੇ ਹਿਰਦੇ ਡੁੱਲ ਜਾਣਗੇ। ਪਰ ਲੋਕ ਕੇ ਦੇਖਦਾ ਜਦੋਂ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਹੁੰਦਾ ਨਾ, ਅਰਦਾਸ ਹੁੰਦੀ ਹੈ, ਸਤਿਗੁਰੂ ਤੇਰੇ ਭਾਣੇ ਦੇ ਵਿੱਚ ਦਿਨ ਸੁੱਖਾਂ ਦੇ ਨਾਲ ਬਤੀਤ ਹੋਇਆ ਹੈ, ਹੁਣ ਰਾਤ ਆਈ ਹੈ, ਸੁੱਖ ਸੁੱਖਾਂ ਨਾਲ ਬਤੀਤ ਕਰਾਉਣਾ। ਇਹਦੇ ਸਿਪਾਹੀ, ਇਹਦੇ ਪਹਿਰੇਦਾਰੇ ਲੁਕ ਕੇ ਸੁਣਦੇ ਨੇ। ਕਹਿੰਦੇ ਸਾਰਾ ਦਿਨ ਇੰਨਾ ਤਸੱਦਦ ਹੋਇਆ, ਇੰਨੀ ਇਹਨਾਂ ਦੀ ਕੁੱਟਮਾਰ ਹੋਈ, ਸਾਰੀ ਸਹਿਣ ਤੋਂ ਬਾਅਦ ਫੇਰ ਕਹਿੰਦੇ ਸੁੱਖਾਂ ਦੇ ਨਾਲ ਦਿਨ ਬੀਤਿਆ। ਕਹਿੰਦਾ ਇਹ ਕੌਮ ਨੂੰ ਕੋਈ ਹਰਾ ਨਹੀਂ ਸਕਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਮੁਰਸ਼ਿਦ ਇਨਕੇ ਬਲੀ ਭਿਓ ਹੈ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਕਰਦੇ ਨੇ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਨੂੰ ਅੰਮ੍ਰਿਤ ਦਾ ਭੰਡਾਰਾ, ਅੰਮ੍ਰਿਤਾਂ ਦੀਆਂ ਬਖਸ਼ਿਸ਼ਾਂ ਹੋਈਆਂ ਨੇ। ਇਹਨਾਂ ਦਾ ਜਿਹੜਾ ਭਾਈ ਮੁਰਸ਼ਿਦ ਹੈ ਉਹ ਬਹੁਤ ਮਹਾਨ ਹੈ। ਵੱਡੇ ਹੋਏ ਟੁੱਕੇ ਹੋਏ ਉਸ ਅੰਮ੍ਰਿਤ ਸਰੋਵਰ ਦੇ ਵਿੱਚੋਂ ਜਦੋਂ ਜਲ ਛਕ ਲੈਂਦੇ ਨੇ, ਫਿਰ ਸਾਡੇ ਨਾਲ ਲੜਨ ਤੱਕ ਚਲੇ ਜਾਂਦੇ ਨੇ। ਇਹ ਮਹਾਨ ਕੁਰਬਾਨੀਆਂ ਭਰਿਆ ਇਤਿਹਾਸ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ, ਤਕਰੀਬਨ 75-77 ਸਾਲ ਦੀ ਉਮਰ ਸੀ ਜਦੋਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਖੰਡਾ ਚੱਕਿਆ। ਇੰਨੀਆਂ ਵੱਡੀਆਂ ਉਮਰਾਂ ਦੇ ਵਿੱਚ ਵੀ ਦੇਖ ਲਓ ਤੁਸੀਂ ਕਿਵੇਂ ਦੁਸ਼ਮਣ ਦਾ ਜਾ ਕੇ ਘਾਣ ਕੀਤਾ। ਇਹ ਸਾਰਾ ਸਿੱਖੀ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੈ। ਸੋ ਸਾਡਾ ਫਰਜ਼ ਬਣਦਾ, ਜਿੱਥੇ ਅਸੀਂ ਸ਼ਹੀਦੀਆਂ ਮਨਾਉਂਦੇ ਹਾਂ, ਯਾਦ ਕਰਦੇ ਹਾਂ, ਨਾਲ ਦੀ ਨਾਲ ਅਸੀਂ ਉਸ ਸਿੱਖੀ ਸਰੂਪ ਨੂੰ ਵੀ ਬਰਕਰਾਰ ਰੱਖੀਏ, ਜਿਨ੍ਹਾਂ ਨੂੰ ਦੇਖਣ ਤੋਂ ਪਤਾ ਲੱਗ ਜਾਵੇ ਸਿੰਘ ਇਹੋ ਜਿਹੇ ਹੋਇਆ ਕਰਦੇ ਸਨ। ਸੋ ਸਤਿਗੁਰੂ ਜੀ ਕਿਰਪਾ ਕਰਨ। ਜਿੱਥੇ ਅਸੀਂ ਗੁਰੂ ਘਰਾਂ ਦੇ ਨਾਲ ਜੁੜੇ ਹਾਂ, ਬਾਣੀ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਉੱਥੇ ਨਾਲ ਦੀ ਨਾਲ ਜੋ ਪੰਥ ਪ੍ਰਵਾਨਤ ਰਹਿਤ ਮਰਜ਼ਾਦਾ ਹੈ, ਉਸ ਰਹਿਤ ਮਰਜ਼ਾਦਾ ਦੇ ਮੁਤਾਬਕ ਅਸੀਂ ਚੱਲੀਏ। ਜਦੋਂ ਸਾਰੇ ਸਿੱਖਾਂ ਦੇ ਵਿੱਚ ਰਹਿਤ ਮਰਜ਼ਾਦਾ ਇੱਕ ਹੋ ਜਾਵੇਗੀ ਨਾ, ਤਾਂ ਜਿੰਨੇ ਝਗੜੇ ਝੇੜੇ ਨੇ ਇਹ ਸਾਰੇ ਖਤਮ ਹੋ ਜਾਣਗੇ। ਇੱਕੋ ਹੀ ਪੰਥ, ਇੱਕੋ ਹੀ ਗੁਰ, ਇੱਕਾ ਸੰਗਤ, ਇੱਕ ਗ੍ਰਹਿ ਤੇ ਇੱਕੋ ਹੀ ਗੁਰ ਹੈ। ਇੱਕੋ ਗੁਰੂ ਦੀ ਸੰਗਤ ਕਰਦੇ ਹਾਂ, ਇੱਕੋ ਨਿਸ਼ਾਨ ਦੇ ਥੱਲੇ ਜਦੋਂ ਅਸੀਂ ਆ ਜਾਵਾਂਗੇ, ਫਿਰ ਆ ਸਾਰੇ ਝਗੜੇ ਖਤਮ ਹੋ ਜਾਣਗੇ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ,
ਗੁਰਮੁਖ ਵੈਸੋ ਸਭਾ ਬਖਸ਼ਾਏ। ਜਿੰਨਾ ਚਿਰ ਰਹਿਤ ਮਰਜ਼ਾਦਾ ਸਾਡੇ ਘਰਾਂ ਦੇ ਵਿੱਚ, ਸਾਡੇ ਗੁਰੂ ਘਰਾਂ ਦੇ ਵਿੱਚ ਲਾਗੂ ਨਹੀਂ ਹੁੰਦੀ, ਉਨਾ ਚਿਰ ਇਹ ਝਗੜੇ ਝੜੇ ਨੇ। ਜਦੋਂ ਲਾਗੂ ਹੋ ਗਈ ਫਿਰ ਏਕ ਪਿਤਾ ਏਕ ਸਕੇ ਹਮ ਵਾਰਕ ਤੂੰ ਮੇਰਾ ਗੁਰਹਾਈ। ਫਿਰ ਜਿਵੇਂ ਇੱਕ ਪਰਿਵਾਰ ਰਹਿੰਦਾ ਨਾ ਘਰ ਦੇ ਵਿੱਚ, ਆ ਮੇਰਾ ਭਰਾ ਆ, ਫਿਰ ਇੱਥੇ ਆ ਕੇ ਵੀ ਸਾਰਿਆਂ ਨੂੰ ਇੱਕ ਦੂਜੇ ਨੂੰ ਗੁਰੂ ਭਾਈ ਨਜ਼ਰ ਆਉਣਗੇ। ਸਤਿਗੁਰੂ ਕਿਰਪਾ ਕਰਨ, ਇਹ ਬਖਸ਼ਿਸ਼ਾਂ ਸਾਡੀ ਕੌਮ ਦੇ ਉੱਤੇ ਹੋ ਜਾਣ। ਸਾਰੀ ਕੌਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜ ਜਾਵੇ ਤੇ ਉਸ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਅਪਣਾ ਲਈਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ। ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬੰਬੇ ਵਾਲੇ ਆਪ ਜੀਆਂ ਨੂੰ ਮਿੱਠਾ ਮਿੱਠਾ ਕੀਰਤਨ ਸਰਵਣ ਕਰਾ ਰਹੇ ਨੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਪਿਆਰ ਦੇ ਵਿੱਚ ਬੈਠ ਕੇ ਕੀਰਤਨ ਸਰਵਣ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ